सत श्री अकाल जी, तुहाडे अपने चैनल ते तुहाडा एक बार फिर तो स्वागत है। तो अज की ये वीडियो जो पंजाब टैट 2021 ਦੇ ਵਿੱਚ ਦਸੰਬਰ 'ਚ ਹੋਇਆ ਸੀ ਉਸ ਦਾ ਅਸੀਂ ਵਿਗਿਆਨ ਭਾਗ ਸੋਲਵ ਕਰਾਂਗੇ। ਸਾਡੇ ਕੋਲ ਮੈਥ ਅਤੇ ਸਾਇੰਸ ਵਾਲਾ ਪੇਪਰ ਹੈ ਜੀ। 121ਵਾਂ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਜੀ। ਚੁੰਬਕੀ ਖੇਤਰ ਦੀਆਂ ਲਾਈਨਾਂ ਹਮੇਸ਼ਾ ਬਣਾਉਂਦੀਆਂ ਨੇ। ਦ ਮੈਗਨੈਟਿਕ ਫੀਲਡ ਲਾਈਨਸ ਆਲਵੇਜ਼ ਫਾਰਮ। ਜਿਹੜੀਆਂ ਮੈਗਨੈਟਿਕ ਫੀਲਡ ਲਾਈਨਸ ਨੇ ਇਹ ਨਾਰਥ ਪੋਲ ਤੋਂ ਨਿਕਲਦੀਆਂ ਨੇ ਤੇ ਸਾਊਥ ਪੋਲ ਨੂੰ ਜਾਂਦੀਆਂ ਨੇ ਆਊਟਸਾਈਡ ਦਾ ਮੈਗਨੇਟ। पर इनसाइड द मैगनेट ये साउथ तो नॉर्थ वाल भी जांदियां ने। ये जिहड़ी लूप है ये एक क्लोज्ड लूप बनती है, जां कह सकते हो कि मैगनैटिक फील्ड लाइन्स जिहड़ियां ने ये आलवेज क्लोज्ड लूप बनाउंदियां ने। इस सवाल का सही जवाब है जी डी। जिहड़ियां इलैक्ट्रिक फील्ड लाइन ने वो क्लोज्ड लूप नहीं बनाउंदियां। अगला प्रश्न है जी 122वां प्रश्न है, वह कुदरती स्रोत जिन्हां ते मनुख जाति निर्भर है वह किस स्फीयर द्वारा प्रदान नहीं किए जाते। ਜਿਹੜੇ ਨੈਚੁਰਲ ਰਿਸੋਰਸਿਸ ਨੇ ਜਿਨ੍ਹਾਂ ਦੇ ਵਿੱਚ ਏਅਰ ਆਉਂਦਾ ਹੈ, ਵਾਟਰ ਆਉਂਦਾ ਹੈ, ਸੋਇਲ ਆਉਂਦਾ ਹੈ, ਮਿਨਰਲ ਆਉਂਦੇ ਨੇ, ਕੋਲ, ਪੈਟਰੋਲੀਅਮ, ਐਨੀਮਲ, ਪਲਾਂਟਸ ਆਉਂਦੇ ਨੇ। ਇਹ ਜਿਹੜੇ ਨੇ ਸਾਨੂੰ ਨੈਚੁਰਲ ਰਿਸੋਰਸ ਜਿਹੜੇ ਨੇ ਇਹ ਸਾਨੂੰ ਕੁਦਰਤ ਤੋਂ ਮਿਲਦੇ ਨੇ। ਹੁਣ ਇਹਨਾਂ ਦੇ ਵਿੱਚੋਂ ਜਿਹੜਾ ਆਇਨੋਸਫੀਅਰ ਹੈ ਇੱਥੋਂ ਸਾਨੂੰ ਕੋਈ ਵੀ ਨੈਚੁਰਲ ਰਿਸੋਰਸ ਨਹੀਂ ਮਿਲਦਾ। ਠੀਕ ਹੈ ਜੀ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਆਇਨੋਸਫੀਅਰ। ਡੀ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਜ਼ਮੀਨ ਕਿਸ ਦਾ ਸਭ ਤੋਂ ਮਹੱਤਵਪੂਰਨ ਸਰੋਤ ਹੈ। ऑप्शन हैं भोजन उत्पादन, पशु पालन, मनुखी वसेबा जां उपरोक्त सारे। जिहड़ी जमीन है, जिहड़ी लैंड है, ये सानू सारा कुछ ही प्रोवाइड कराउंदी है। जिहड़े ऑप्शन दिते हुए ने इस सवाल का सही जवाब होएगा जी उपरोक्त सारे। डी ऑप्शन बिल्कुल सही है जी। हाँ जी। अगला प्रश्न है, इन्हां विच्चों किस नूं जल पर्यावरण प्रणाली मन्निया जांदा है। वैटलैंड, आईलैंड, जंगल जां पहाड़। इंग्लिश दे विच की है, Which of the following is considered as an aquatic ecosystem? Option हैं wetland, island, forest और mountains। देखो ਜਿਹੜੇ ecosystem ने ਇਹਨਾਂ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਮੋਸਟਲੀ ਵੰਡ ਸਕਦੇ ਹਾਂ, ਟਰੈਸਟਰੀਅਲ ਤੇ ਐਕਵੈਟਿਕ। ਜਿਹੜੇ ਟਰੈਸਟਰੀਅਲ ਨੇ ਇਹਨਾਂ ਦੇ ਵਿੱਚ ਫੋਰੈਸਟ ਆਏਗਾ, ਗ੍ਰਾਸਲੈਂਡ ਆਣਗੇ, ਡੈਜ਼ਰਟ ਆਏਗਾ। ਤੇ ਜਿਹੜੇ ਐਕਵੈਟਿਕ ਨੇ ਉਹਨਾਂ ਦੇ ਵਿੱਚ ਆਉਣਗੇ ਪਾਉਂਡ, ਲੇਕ, ਵੈਟਲੈਂਡ, ਰਿਵਰਸ। ਵੈਟਲੈਂਡ ਜਿਹੜੇ ਨੇ ਮੋਸਟ ਵੈਲਿਊਏਬਲ ਈਕੋਸਿਸਟਮ ਔਨ ਅਰਥ ਨੇ। ਤੇ ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਏ ਵੈਟਲੈਂਡ। ਅਗਲਾ ਪ੍ਰਸ਼ਨ ਹੈ ਜੀ, ਵੈਨ ਏ ਕਰੰਟ I is flowing and V be the potential difference between the ends of the conductor then Ohm's law state that। ਅਸੀਂ ਜਾਣਦੇ ਹਾਂ ਕਿ ਜਿਹੜਾ ਓਮਸ ਦਾ ਲਾ ਹੈ ਉਹ V is equal to IR। ਇੱਥੇ B ਆਪਸ਼ਨ ਹੈ ਜਿੱਥੇ V is equal to RI ਲਿਖਿਆ ਹੋਇਆ ਹੈ। ਇਹ ਬਿਲਕੁਲ ਸਹੀ ਜਵਾਬ ਹੈ ਜੀ। 125ਵੇਂ ਕੁਐਸਚਨ ਦਾ ਸਹੀ ਜਵਾਬ ਹੈ ਜੀ B। अगला प्रश्न है जी, ਜਦੋਂ ਅਸਮਾਨ ਵਿੱਚ ਬਿਜਲੀ ਚਮਕਦੀ ਹੈ ਤਾਂ ਸੂਰਜੀ ਧਰਤੀ ਦੇ ਪਰਸਪਰ ਪ੍ਰਭਾਵ ਤੋਂ ਬਿਜਲੀ ਦਾ ਪ੍ਰਵਾਹ ਕਿੱਥੇ ਪੈਦਾ ਹੁੰਦਾ ਹੈ। ਡਿਊਰਿੰਗ ਲਾਈਟਨਿੰਗ ਇਨ ਦਾ ਸਕਾਈ, ਸਟਰੋਂਗ ਇਲੈਕਟ੍ਰਿਕ ਕਰੰਟ ਇਜ਼ ਜਨਰੇਟਡ ਫਰੋਮ ਸੋਲਰ ਟਰੈਸਟੀਰੀਅਲ ਇੰਟਰੈਕਸ਼ਨ ਇਨ। ਦੇਖੋ ਇੱਥੇ ਜਿਹੜੀ ਹੈ ਉਹ ਸੋਲਰ ਟਰੈਸਟੀਰੀਅਲ ਇੰਟਰੈਕਸ਼ਨ ਕਿਹਾ ਗਿਆ ਹੈ। ਇਹ ਜਿਹੜੀ ਇੰਟਰੈਕਸ਼ਨ ਹੈ ਇਹ ਸੋਲਰ ਵਿੰਡ ਦੇ ਕਾਰਨ ਧਰਤੀ ਦੇ ਬਾਹਰੀ ਐਟਮੋਸਫੀਅਰ ਜਿਹਨੂੰ ਆਪਾਂ ਆਇਨੋਸਫੀਅਰ ਕਹਿੰਦੇ ਆ ਤੇ ਮੈਗਨੈਟੋਸਫੀਅਰ ਦੇ ਵਿੱਚ ਸਟਰੋਂਗ ਇਲੈਕਟ੍ਰਿਕ ਕਰੰਟ ਜਨਰੇਟ ਕਰਦੀ ਹੈ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਆਇਨੋਸਫੀਅਰ ਐਂਡ ਮੈਗਨੈਟੋਸਫੀਅਰ। 126ਵੇਂ ਪ੍ਰਸ਼ਨ ਦਾ ਸਹੀ ਜਵਾਬ ਹੈ ਜੀ ਸੀ। ਅਗਲਾ ਪ੍ਰਸ਼ਨ ਹੈ ਜੀ 127ਵਾਂ ਪ੍ਰਸ਼ਨ ਹੈ ਜੀ, ਇੱਕ ਕੰਪਾਸ ਸੂਈ ਉਦੋਂ ਡਿਫਲੈਕਟ ਕਰਦੀ ਹੈ ਜਦੋਂ ਇੱਕ ਤਾਰ ਦੇ ਕੋਲ ਰੱਖੀ ਜਾਂਦੀ ਹੈ ਜਿਹਦੇ ਵਿੱਚ ਬਿਜਲੀ ਕਰੰਟ ਪਾਸ ਕਰ ਰਿਹਾ ਹੁੰਦਾ ਹੈ। ਇਹ ਵਰਤਾਰਾ ਕਿਸ ਦਾ ਸਬੂਤ ਦਿੰਦਾ ਹੈ। ਇਹ ਜਿਹੜਾ ਆਪਾਂ 10ਵੀਂ ਦੇ ਵਿੱਚ ਓਰੈਸਟਡ ਐਕਸਪੈਰੀਮੈਂਟ ਪੜ੍ਹਿਆ ਹੈ ਕਿ ਜਦੋਂ ਕਿਸੇ ਮੈਗਨੈਟਿਕ ਨੀਡਲ ਨੂੰ ਕਿਸੇ ਕਰੰਟ ਕੈਰਿੰਗ ਕੋਇਲ ਦੇ ਕੋਲ ਰੱਖਿਆ ਜਾਂਦਾ ਹੈ ਤਾਂ ਉਹ ਡਿਫਲੈਕਟ ਕਰਦੀ ਹੈ। ਇਹ ਜਿਹੜਾ ਵਰਤਾਰਾ ਹੈ ਜਿਹਨੂੰ ਫਨੋਮਨਾ ਆਪਾਂ ਕਹਿੰਦੇ ਹਾਂ, ਇਹ ਕਨੈਕਸ਼ਨ ਬਿਟਵੀਨ ਇਲੈਕਟ੍ਰਿਕ ਐਂਡ ਮੈਗਨੈਟਿਕ ਫਨੋਮਨਾ ਹੈ। 127ਵੇਂ ਪ੍ਰਸ਼ਨ ਦਾ ਸਹੀ ਜਵਾਬ ਹੋਏਗਾ ਜੀ ਡੀ। ਅਗਲਾ ਪ੍ਰਸ਼ਨ ਹੈ ਜੀ, ਕਿਸ ਹਾਰਮੋਨ ਦੇ ਸੰਸਲੇਸ਼ਣ ਲਈ ਆਇਓਡੀਨ ਦੀ ਲੋੜ ਹੁੰਦੀ ਹੈ। ਆਪਸ਼ਨ ਹਨ ਟੈਸਟੋਸਟਰੀਓਨ, ਆਸਟੀਰੋਜ਼ਨ, ਲੈਕਟੋਜ਼ਨ ਜਾਂ ਥਾਇਰੋਕਸਿਨ। ਜਿਹੜੀ ਥਾਇਰਾਇਡ ਗ੍ਰੰਥੀ ਹੈ ਇਹਨੂੰ ਥਾਇਰੋਕਸਿਨ ਹਾਰਮੋਨ ਦੇ ਸੰਸਲੇਸ਼ਣ ਦੇ ਲਈ ਆਇਓਡੀਨ ਦੀ ਲੋੜ ਹੁੰਦੀ ਹੈ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਡੀ। ਅਗਲਾ ਪ੍ਰਸ਼ਨ ਹੈ ਜੀ, ਬੈੱਡ ਬਗ ਕੀ ਹੈ। ਬੈੱਡ ਬਗ ਕੀ ਹੈ। ਆਪਸ਼ਨ ਹਨ ਸੈਪਰੋਫਾਈਟ, ਪੈਰਾਸਾਈਟ, ਇਨਸੈਕਟੀਵੋਰ ਜਾਂ ਫਰੂਗੀਵੋਰ। ਜਿਹੜੇ ਬੈੱਡ ਬਗ ਨੇ ਜਿਹਨੂੰ ਆਪਾਂ ਖਟਮਲ ਵੀ ਕਹਿੰਦੇ ਆ, ਇਹ ਫੀਡ ਔਨ ਬਲੱਡ, ਇਹ ਖੂਨ ਚੂਸਦੇ ਨੇ, ਇਸ ਕਰਕੇ ਇਹਨੂੰ ਆਪਾਂ ਪੈਰਾਸਾਈਟ ਇਨਸੈਕਟ ਕਹਾਂਗੇ। ਇਸੇ ਤਰ੍ਹਾਂ ਜਿਹੜੇ ਸੈਪਰੋਫਾਈਟਸ ਨੇ ਉਹ ਹੁੰਦੇ ਨੇ ਮਸ਼ਰੂਮ ਫੰਗਸ that live on the dead organic matter। ਇਸੇ ਤਰ੍ਹਾਂ ਇਨਸੈਕਟੀਵੋਰ ਉਹ ਹੁੰਦੇ ਨੇ that eat insect ਜਿਹੜੇ ਕੀੜਿਆਂ ਨੂੰ ਖਾਂਦੇ ਨੇ।
ਤੇ ਫਰੂਗੀਵੋਰੋ ਹੁੰਦੇ ਨੇ ਜਿਹੜੇ ਫਰੂਟ ਖਾਂਦੇ ਨੇ ਮੋਸਟਲੀ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਪੈਰਾਸਾਈਟ। ਬੀ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਕਮਲ ਦਾ ਫੁੱਲ ਕਿਸ ਦੀ ਉਦਾਹਰਣ ਹੈ? ਹਾਈਡਰੋਫਾਈਟਸ, ਜੀਰੋਫਾਈਟਸ, ਮੀਜੋਫਾਈਟਸ ਜਾਂ ਟ੍ਰੋਪੋਫਾਈਟਸ। ਦੇਖੋ, ਜਿਹੜਾ ਕਮਲ ਦਾ ਫੁੱਲ ਹੈ ਪਾਣੀ ਦੇ ਵਿੱਚ ਹੁੰਦਾ ਹੈ, ਇਹਨੂੰ ਤੁਸੀਂ ਐਕਵੈਟਿਕ ਪਲਾਂਟ ਵੀ ਕਹਿੰਦੇ ਆ ਜਾਂ ਹਾਈਡਰੋਫਾਈਟਸ ਵੀ ਕਹਿੰਦੇ ਆ। ਇਸ ਸਵਾਲ ਦਾ ਸਹੀ ਜਵਾਬ ਇਹ ਹੈ। ਜਿਹੜਾ ਜੀਰੋਫਾਈਟਸ ਹੈ ਇਹ ਉਹ ਪੌਦੇ ਨੇ ਜਿਨ੍ਹਾਂ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ। ਮੀਜੋਫਾਈਟਸ ਉਹ ਪੌਦੇ ਹੁੰਦੇ ਨੇ ਜਿਨ੍ਹਾਂ ਨੂੰ ਦਰਮਿਆਨੇ ਪਾਣੀ ਦੀ ਲੋੜ ਹੁੰਦੀ ਹੈ। ਮੋਸਟਲੀ ਕ੍ਰੌਪਸ ਇਹਦੇ ਵਿੱਚ ਆ ਜਾਂਦੀਆਂ ਨੇ। ਅਤੇ ਟ੍ਰੋਪੋਫਾਈਟਸ ਉਹ ਹੁੰਦੇ ਨੇ ਜਿਨ੍ਹਾਂ ਨੂੰ ਜਿਹੜੇ ਜ਼ਿਆਦਾ ਬਾਰਿਸ਼ ਅਤੇ ਸੋਕੇ ਵਾਲੇ ਥਾਵਾਂ ਤੇ ਵੀ ਰਹਿ ਸਕਦੇ ਨੇ। ਇਹਨਾਂ ਦੇ ਪੱਤੇ ਜਿਹੜੇ ਹੁੰਦੇ ਨੇ ਚੌੜੇ ਹੁੰਦੇ ਨੇ, ਜਿਵੇਂ ਪਾਈਨਐਪਲ ਹੋ ਗਿਆ। ਅਗਲਾ ਪ੍ਰਸ਼ਨ ਹੈ ਜੀ 131ਵਾਂ ਪ੍ਰਸ਼ਨ ਹੈ, ਪਲਾਸਟਿਕ ਕੀ ਹੈ? ਪਲਾਸਟਿਕ ਕੀ ਹੈ? ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਪਲਾਸਟਿਕ ਹੈ ਇਹ ਇੱਕ ਇਨਸੂਲੇਟਰ ਹੈ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਸੀ। ਅਗਲਾ ਪ੍ਰਸ਼ਨ ਹੈ, ਕਿਸੇ ਖੇਤਰ ਦੇ ਮੌਜੂਦ ਪੌਦਿਆਂ ਅਤੇ ਜਾਨਵਰਾਂ ਦੀਆਂ ਸਪੀਸੀਜ਼ ਦੀ ਗਿਣਤੀ ਬਣਾਉਂਦੀ ਹੈ। ਦਾ ਨੰਬਰ ਆਫ ਸਪੀਸੀਜ਼ ਆਫ ਪਲਾਂਟਸ ਐਂਡ ਐਨੀਮਲ ਦੈਟ ਆਰ ਪ੍ਰੈਜ਼ੈਂਟ ਇਨ ਏ ਰੀਜਨ ਕੰਸਟੀਟੂਐਂਟ। ਇਹ ਕੀ ਹੋਏਗਾ ਜੀ? ਆਪਸ਼ਨ ਹਨ ਪ੍ਰਜਾਤੀਆਂ ਦੀ ਵਿਭਿੰਨਤਾ, ਜੈਨੇਟਿਕ ਵਿਭਿੰਨਤਾ, ਈਕੋਸਿਸਟਮ ਵਿਭਿੰਨਤਾ ਜਾਂ ਜੈਵ ਵਿਭਿੰਨਤਾ। ਕਿਸੇ ਖੇਤਰ ਵਿੱਚ ਮੌਜੂਦ ਪੌਦਿਆਂ ਅਤੇ ਜਾਨਵਰਾਂ ਦੀਆਂ ਸਪੀਸੀਜ਼ ਦੀ ਗਿਣਤੀ ਇਹ ਦੱਸਦੀ ਹੈ ਪ੍ਰਜਾਤੀਆਂ ਦੀ ਵਿਭਿੰਨਤਾ, ਜਿਹਨੂੰ ਆਪਾਂ ਸਪੀਸੀਜ਼ ਡਾਇਵਰਸਿਟੀ ਵੀ ਕਹਿੰਦੇ ਆ। ਇਹ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਆਵਾਜ਼ ਕਿਸ ਇਕਾਈ ਵਿੱਚ ਮਾਪੀ ਜਾਂਦੀ ਹੈ? ਜਿਹੜੀ ਸਾਊਂਡ ਹੈ ਇਹ ਡੈਸੀਬਲ ਦੇ ਵਿੱਚ ਮਾਪੀ ਜਾਂਦੀ ਹੈ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਸੀ, ਡੈਸੀਬਲ। ਅਗਲਾ ਪ੍ਰਸ਼ਨ ਹੈ, ਵਾਤਾਵਰਣ ਨੈਤਿਕਤਾ ਕਿਹੜੇ ਮੁੱਦਿਆਂ ਨਾਲ ਨਜਿੱਠਦਾ ਹੈ? ਐਨਵਾਇਰਮੈਂਟਲ ਐਥਿਕ ਡੀਲਸ ਵਿਦ ਦਾ ਇਸ਼ੂ ਰਿਲੇਟਡ ਟੂ। ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਹਾਊ ਵੀ ਯੂਟੀਲਾਈਜ਼ ਐਂਡ ਡਿਸਟਰੀਬਿਊਟ ਰਿਸੋਰਸਿਸ। ਅਸੀਂ ਸਰੋਤਾਂ ਦੀ ਵਰਤੋਂ ਅਤੇ ਵੰਡ ਕਿਵੇਂ ਕਰਦੇ ਹਾਂ? 134ਵੇਂ ਪ੍ਰਸ਼ਨ ਦਾ ਸਹੀ ਜਵਾਬ ਹੈ ਜੀ ਡੀ। ਅਗਲਾ ਪ੍ਰਸ਼ਨ ਹੈ, ਚਰਬੀ ਘੁਲਣਸ਼ੀਲ ਵਿਟਾਮਿਨ ਕਿਹੜਾ ਹੈ? ਆਪਸ਼ਨ ਹਨ ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਸੀ ਐਂਡ ਵਿਟਾਮਿਨ ਕੇ। ਜਿਹੜੇ ਵਿਟਾਮਿਨ ਬੀ ਤੇ ਵਿਟਾਮਿਨ ਸੀ ਨੇ ਇਹ ਵਾਟਰ ਸੋਲੂਬਲ ਨੇ। ਹੁਣ ਫੈਟ ਸੋਲੂਬਲ ਦੇ ਵਿੱਚ ਇਹ ਦੋਵੇਂ ਆ ਜਾਂਦੇ ਨੇ। ਵਿਟਾਮਿਨ ਏ ਵੀ ਫੈਟ ਸੋਲੂਬਲ ਹੈ ਤੇ ਵਿਟਾਮਿਨ ਕੇ ਵੀ ਫੈਟ ਸੋਲੂਬਲ ਹੈ। ਇਸ ਸਵਾਲ ਦਾ ਸਹੀ ਜਵਾਬ ਵਿਟਾਮਿਨ ਏ ਤੇ ਕੇ ਦੋਵੇਂ ਹੋਣਗੇ। ਅਗਲਾ ਪ੍ਰਸ਼ਨ ਹੈ ਜੀ, ਖੂਨ ਵਿੱਚ ਹੀਮੋਗਲੋਬਨ ਦੇ ਗਠਨ ਲਈ ਕਿਹੜੇ ਖਣਿਜ ਦੀ ਲੋੜ ਹੁੰਦੀ ਹੈ? ਜਿਹੜਾ ਖੂਨ ਦੇ ਵਿੱਚ ਹੀਮੋਗਲੋਬਨ ਹੈ ਇਹ ਹੀਮੋਗਲੋਬਨ ਇੱਕ ਤਰ੍ਹਾਂ ਦਾ ਪ੍ਰੋਟੀਨ ਹੈ ਜਿਹੜਾ RBC ਦੇ ਵਿੱਚ ਹੁੰਦਾ ਹੈ। ਤੇ ਸਾਡੇ ਸਰੀਰ ਦੇ ਵਿੱਚ ਜਿੰਨਾ ਵੀ ਆਇਰਨ ਹੁੰਦਾ ਉਹਦਾ 70% ਭਾਗ ਜਿਹੜਾ ਹੈ ਇਹਦੇ ਵਿੱਚ ਹੀ ਹੁੰਦਾ ਹੈ। ਇਹਦਾ ਸਹੀ ਜਵਾਬ ਹੈ ਜੀ ਲੋਹਾ। 130 ਦਾ ਸਹੀ ਜਵਾਬ ਹੈ ਜੀ ਆਇਰਨ। ਅਗਲਾ ਪ੍ਰਸ਼ਨ ਹੈ ਜੀ 137ਵਾਂ ਪ੍ਰਸ਼ਨ ਹੈ ਜੀ, ਪੋਰਟਫੋਲੀਓ ਇਜ਼ ਏ ਟੂਲ ਟੂ ਮੈਜ਼ਰ। ਪੋਰਟਫੋਲੀਓ ਜਿਹੜਾ ਹੈ ਇਹ ਕਿਸ ਨੂੰ ਮਾਪਣ ਦਾ ਟੂਲ ਹੈ? ਜਿਹੜਾ ਪੋਰਟਫੋਲੀਓ ਹੈ ਇਹ ਗਰੋਥ ਆਫ ਦਾ ਸਟੂਡੈਂਟ ਓਵਰ ਏ ਪੀਰੀਅਡ ਆਫ ਟਾਈਮ, ਯਾਨੀ ਕਿ ਇੱਕ ਨਿਸ਼ਚਿਤ ਸਮੇਂ ਦੌਰਾਨ ਵਿਦਿਆਰਥੀ ਦਾ ਵਾਧਾ ਮਾਪਣ ਦਾ ਇੱਕ ਟੂਲ ਹੈ। 137ਵੇਂ ਪ੍ਰਸ਼ਨ ਦਾ ਸਹੀ ਜਵਾਬ ਹੋਏਗਾ ਜੀ ਡੀ। 138ਵਾਂ ਪ੍ਰਸ਼ਨ ਹੈ ਜੀ, ਰੇਟਿੰਗ ਸਕੇਲ ਇਨ ਬਿਹੇਵੀਅਰਲ ਮੈਜ਼ਰਮੈਂਟ ਇਜ਼ ਯੂਜ਼ਡ ਟੂ ਇਵੈਲੂਏਟ ਦਾ ਪਰਸਨੈਲਿਟੀ ਕਰੈਕਟਰਿਸਟਿਕਸ ਆਫ ਦਾ ਲਰਨਰਸ, ਦਾ ਇੰਟੈਕਚੁਅਲ ਕਰੈਕਟਰਿਸਟਿਕ ਆਫ ਦਾ ਲਰਨਰਸ, ਦਾ ਫਿਜ਼ੀਕਲ ਕਰੈਕਟਰਿਸਟਿਕ ਆਫ ਦਾ ਲਰਨਰ ਔਰ ਨਨ ਆਫ ਦਾ ਅਬਵ। ਜਿਹੜਾ ਬਿਹੇਵੀਅਰ ਮੈਜ਼ਰਮੈਂਟ ਹੈ ਜਾਂ ਬਿਹੇਵੀਅਰਲ ਮੈਜ਼ਰਮੈਂਟ ਦੀ ਰੇਟਿੰਗ ਸਕੇਲ ਹੈ ਇਹ ਦਾ ਪਰਸਨੈਲਿਟੀ ਕਰੈਕਟਰਿਸਟਿਕ ਆਫ ਦਾ ਲਰਨਰ ਨੂੰ ਇਵੈਲੂਏਟ ਕਰਦੀ ਹੈ। 138ਵੇਂ ਪ੍ਰਸ਼ਨ ਦਾ ਸਹੀ ਜਵਾਬ ਹੋਏਗਾ ਜੀ ਏ। ਅਗਲਾ ਪ੍ਰਸ਼ਨ ਹੈ ਜੀ, ਬਲੈਕ ਬੋਰਡ ਕਿਹੜੀ ਅਧਿਆਪਕ ਏਡ ਹੈ? ਜਿਹੜਾ ਬਲੈਕ ਬੋਰਡ ਹੈ ਉਹ ਕਿਹੜੀ ਅਧਿਆਪਕ ਏਡ ਹੈ? ਆਪਸ਼ਨ ਹਨ ਪ੍ਰੋਜੈਕਟਡ, ਦੂਸਰਾ ਨਾਨ ਪ੍ਰੋਜੈਕਟਡ ਟੀਚਿੰਗ ਏਡ, ਤੀਸਰਾ ਹੈ ਬੋਥ ਏ ਐਂਡ ਬੀ ਦੋਨੋਂ, ਤੇ ਚੌਥਾ ਹੈ ਨਾਈਦਰ ਪ੍ਰੋਜੈਕਟਰ ਨੌਰ ਨਾਨ ਪ੍ਰੋਜੈਕਟਡ। ਜਿਹੜਾ ਪ੍ਰੋਜੈਕਟਡ ਟੀਚਿੰਗ ਏਡ ਹੁੰਦੀ ਹੈ ਜਿਹਦੇ ਵਿੱਚ ਸਾਨੂੰ ਕਿਸੇ ਇੰਸਟਰੂਮੈਂਟ ਦੀ ਲੋੜ ਪੈਂਦੀ ਹੈ, ਮਤਲਬ ਕਿਸੇ ਇਕਵਿਪਮੈਂਟ ਦੀ ਲੋੜ ਪੈਂਦੀ ਹੈ ਜਿਹੜਾ ਪ੍ਰੋਜੈਕਟ ਕਰ ਸਕੇ। ਜਿਵੇਂ ਪ੍ਰੋਜੈਕਟਰ ਹੋ ਗਿਆ ਉਹ ਪ੍ਰੋਜੈਕਟ ਕਰਦਾ ਹੈ, PPT ਹੋ ਗਈ, ਸਲਾਈਡਸ ਹੋ ਗਿਆ, ਇਹ ਪ੍ਰੋਜੈਕਟਡ ਟੀਚਿੰਗ ਏਡ ਨੇ। ਪਰ ਜਿਹੜੇ ਚਾਰਟ ਹੋ ਗਏ ਜਾਂ ਬਲੈਕ ਬੋਰਡ ਹੋ ਗਿਆ ਇਹ ਨਾਨ ਪ੍ਰੋਜੈਕਟਡ ਟੀਚਿੰਗ ਏਡ ਨੇ। ਬਲੈਕ ਬੋਰਡ ਕਿਹੜਾ ਹੋਏਗਾ? ਨਾਨ ਪ੍ਰੋਜੈਕਟਡ ਟੀਚਿੰਗ ਏਡ। 139ਵੇਂ ਪ੍ਰਸ਼ਨ ਦਾ ਸਹੀ ਜਵਾਬ ਹੋਏਗਾ ਜੀ ਬੀ। ਅਗਲਾ ਪ੍ਰਸ਼ਨ ਹੈ ਜੀ, ਸਿੱਖਣ ਦਾ ਸਾਈਕੋਮੋਟਰ ਡੋਮੇਨ ਕਿਸ ਨਾਲ ਜੁੜਿਆ ਹੋਇਆ ਹੈ? ਜਿਹੜਾ ਸਾਈਕੋਮੋਟਰ ਡੋਮੇਨ ਹੈ ਇਹ ਕਿਸ ਨਾਲ ਜੁੜਿਆ ਹੁੰਦਾ ਹੈ ਜੀ? ਆਪਸ਼ਨ ਹਨ ਨੌਲੇਜ, ਇਮੋਸ਼ਨ, ਸਕਿੱਲ ਜਾਂ ਇਮੈਜੀਨੇਸ਼ਨ। ਸਾਈਕੋਮੋਟਰ ਡੋਮੇਨ ਜਿਹੜਾ ਹੁੰਦਾ ਹੈ ਇਹ ਫਿਜ਼ੀਕਲ ਮੂਵਮੈਂਟ ਜਾਂ ਕੋਆਰਡੀਨੇਸ਼ਨ ਟੂ ਯੂਜ਼ ਦਾ ਮੋਟਰ ਸਕਿੱਲ। ਮੋਟਰ ਸਕਿੱਲ ਜਿਹੜੀ ਹੁੰਦੀ ਹੈ ਜਿਹਨੂੰ ਆਪਾਂ ਹੱਥਾਂ ਦੇ ਨਾਲ ਕਰ ਸਕਦੇ ਹਾਂ
यानी कि कौशल। इस सवाल का सही जवाब होएगा स्किल ਜਾਂ कौशल। 140वें प्रश्न का सही जवाब है जी सी। अगला प्रश्न है मिट्टी ਨੂੰ ਕਟਾਈ ਤੋਂ ਬਚਾਉਣ ਲਈ ਮਲਚਿੰਗ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਆਪਸ਼ਨ ਹਨ ਵੱਧ ਤੋਂ ਵੱਧ ਰੁੱਖ ਲਗਾਏ ਜਾਂਦੇ ਨੇ, ਪ੍ਰਪੇਅਰਿੰਗ ਕੰਟੂਰ ਸ਼ੇਪ ਸਲੋਪਸ, ਮਿੱਟੀ ਦੀ ਉੱਪਰਲੀ ਸਤਹ ਨੂੰ ਸ਼ੀਟ ਨਾਲ ਢੱਕਣਾ ਜਾਂ ਸਮਾਂਤਰ ਇਕਸਾਰ ਪੱਟੀਆਂ ਤਿਆਰ ਕਰਨੀਆਂ। ਜਿਹੜਾ ਮਲਚਿੰਗ ਹੈ ਇਹ ਭੂ-ਖੋਰ ਨੂੰ ਰੋਕਣ ਦੀ ਇੱਕ ਟੈਂਪਰੇਰੀ ਤਕਨੀਕ ਹੈ ਜਿਹਦੇ ਵਿੱਚ ਸੋਇਲ ਨੂੰ ਉਹਦੇ ਉੱਪਰ ਆਪਾਂ ਘਾਹ ਤੂੜੀ ਜਾਂ ਬੂਰਾ ਕਿਸੇ ਹੋਰ ਤਰੀਕੇ ਦੇ ਨਾਲ ਇੱਕ ਪਰਤ ਲਗਾ ਦਿੰਦੇ ਆ ਤਾਂ ਕਿ ਉਹ ਖੁਰੇ ਨਾ। ਇਹਦਾ ਸਹੀ ਜਵਾਬ ਹੋਏਗਾ ਜੀ ਮਿੱਟੀ ਦੀ ਉੱਪਰਲੀ ਸਤਹ ਨੂੰ ਸੀਥ ਨਾਲ ਢੱਕਣਾ। 141ਵੇਂ ਪ੍ਰਸ਼ਨ ਦਾ ਸਹੀ ਜਵਾਬ ਹੈ ਸੀ। ਅਗਲਾ ਪ੍ਰਸ਼ਨ ਹੈ ਜੀ ਵਿਗਿਆਨਕ ਗਿਆਨ ਦੇ ਉਦੇਸ਼ ਨੂੰ ਸਾਕਾਰ ਹੋਇਆ ਮੰਨਿਆ ਜਾਂਦਾ ਹੈ। ਦਾ ਏਮ ਆਫ ਸਾਇੰਟਿਫਿਕ ਨੌਲੇਜ ਕੈਨ ਬੀ ਕੰਸੀਡਰਡ ਟੂ ਬੀ ਰਿਅਲਾਈਜ਼ਡ ਜੇਕਰ ਵਿਦਿਆਰਥੀ ਆਪਸ਼ਨ ਹਨ ਵਿਗਿਆਨਕ ਤੱਥਾਂ ਦੀ ਪਛਾਣ ਕਰੇ ਅਤੇ ਭਵਿੱਖਬਾਣੀ ਕਰੇ, ਵਿਗਿਆਨਕ ਤੱਥਾਂ ਦਾ ਵਿਤਕਰਾ ਕਰੇ ਅਤੇ ਵੱਖਰਾ ਕਰੇ, ਵਿਗਿਆਨਕ ਤੱਥਾਂ ਨੂੰ ਸਮਝੇ ਤੇ ਸਮਝਾਵੇ ਜਾਂ ਵਿਗਿਆਨਕ ਤੱਥਾਂ ਨੂੰ ਯਾਦ ਕਰੇ ਤੇ ਪਛਾਣੇ। ਇਹਦਾ ਸਹੀ ਜਵਾਬ ਹੋਏਗਾ ਜੀ ਰੀਕਾਲ ਐਂਡ ਰੈਕੋਗਨਾਈਜ਼ ਸਾਇੰਟਿਫਿਕ ਫੈਕਟਸ। ਜਿਹੜਾ ਵਿਦਿਆਰਥੀ ਹੈ ਉਹ ਸਾਇੰਟਿਫਿਕ ਫੈਕਟਸ ਨੂੰ ਯਾਦ ਕਰੇ ਅਤੇ ਉਹਨਾਂ ਦੀ ਪਛਾਣ ਵੀ ਕਰ ਸਕੇ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਡੀ। ਅਗਲਾ ਪ੍ਰਸ਼ਨ ਹੈ ਜੀ ਉਤਸੁਕਤਾ ਦੀ ਅੰਦਰੂਨੀ ਇੱਛਾ ਨੂੰ ਸੰਤੁਸ਼ਟ ਕਰਨ ਲਈ ਵਿਗਿਆਨ ਦਾ ਵਿਦਿਆਰਥੀ ਕੀ ਕਰੇਗਾ? ਟੂ ਸੈਟਿਸਫਾਈ ਦਾ ਇਨਰ ਅਰਜ ਆਫ ਕਿਉਰਿਓਸਿਟੀ ਦਾ ਸਾਇੰਸ स्टूडेंट डू की करेगा वो? रीड लिटरेचर कि वो साहित्य पढ़ेगा? नहीं जी, साइंस वाला साहित्य क्यों पढ़ेगा? विजिट प्लेसेस ऑफ इंटरटेनमेंट? नहीं जी। एक्टिवली पार्टिसिपेट इन साइंस क्लब? हाँ जी, वो साइंस क्लब ਦੇ ਵਿੱਚ ਭਾਗ ਲਏਗਾ। ਇਹ ਬਿਲਕੁਲ ਸਹੀ ਹੈ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਸੀ ਸਾਇੰਸ ਕਲੱਬ ਵਿੱਚ ਭਾਗ ਲਵੇਗਾ। ਅਗਲਾ ਪ੍ਰਸ਼ਨ ਹੈ ਜੀ ਨਕਲੀ ਬੱਦਲ ਨਿਰਮਾਣ ਵਿੱਚ ਸਿਲਵਰ ਆਇਓਡਾਈਡ ਦੇ ਆਈਸ ਕ੍ਰਿਸਟਲ ਪਾਉਣ ਨਾਲ ਬਾਰਿਸ਼ ਨੂੰ ਵਧਾਇਆ ਜਾ ਸਕਦਾ ਹੈ। ਬਾਰਿਸ਼ ਦੇ ਇਸ ਮੋਡ ਨੂੰ ਕੀ ਕਿਹਾ ਜਾਂਦਾ ਹੈ? In artificial cloud formation, rainfall can be increased by adding ice crystals of silver iodide to the cold clouds. This mode of rainfall is known as। ਜਿਹੜਾ ਨਕਲੀ ਮੀਂਹ ਅਸੀਂ ਜਦੋਂ ਵਰਾਉਂਦੇ ਹਾਂ ਸਿਲਵਰ ਆਇਓਡਾਈਡ ਦੀ ਸਪਰੇਅ ਕੀਤੀ ਜਾਂਦੀ ਹੈ ਬੱਦਲਾਂ ਦੇ ਉੱਪਰ, ਠੀਕ ਹੈ। ਇੱਕ ਇਲੈਕਟ੍ਰੋਲਾਈਟ ਹੁੰਦਾ ਹੈ ਤੇ ਜਦੋਂ ਉਲਟੇ ਚਾਰਜ ਵਾਲੇ ਬੱਦਲ ਮਿਲਦੇ ਆ ਤਾਂ ਵਰਖਾ ਹੁੰਦੀ ਹੈ। ਇਸ ਪ੍ਰੋਸੈਸ ਨੂੰ ਸਟੈਟਿਕ ਕਲਾਉਡ ਸ਼ੀਡਿੰਗ ਵੀ ਕਹਿੰਦੇ ਨੇ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਇਹ ਰੇਨਫਾਲ ਦਾ ਮੋਡ ਹੈ ਸਟੈਟਿਕ ਮੋਡ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। 145ਵਾਂ ਪ੍ਰਸ਼ਨ ਸਕਰੀਨ ਤੇ ਤੁਹਾਡੇ ਸਾਹਮਣੇ ਆ ਜੀ ਸਾਇੰਸ ਇਜ਼ ਆਬਜੈਕਟਿਵ ਇਨ ਨੇਚਰ। ਜਿਹੜੀ ਵਿਗਿਆਨ ਹੈ ਉਹ ਆਬਜੈਕਟਿਵ ਹੈ ਨੇਚਰ ਦੇ ਵਿੱਚ। ਇਟ ਮੀਨਸ ਦੈਟ ਇਹਦਾ ਕੀ ਮਤਲਬ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਿਹੜੀ ਸਾਇੰਟਿਫਿਕ ਮੈਥਡ ਦੀ ਅਪਰੋਚ ਹੈ ਉਹਦੇ ਵਿੱਚ ਅਸੀਂ ਆਬਜ਼ਰਵ ਕਰਦੇ ਹਾਂ, ਉਸ ਤੋਂ ਬਾਅਦ ਐਕਸਪੈਰੀਮੈਂਟ ਕਰਦੇ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੈਰੀਫਾਈ ਵੀ ਕਰਦੇ ਹਾਂ, ਠੀਕ ਹੈ। ਤੇ ਸਾਇੰਟਿਫਿਕ ਮੈਥਡ ਦੇ ਵਿੱਚ ਬਿਨਾਂ ਕਿਸੇ ਇਮੋਸ਼ਨ, ਝੂਠੇ ਵਿਸ਼ਵਾਸ ਜਾਂ ਪੱਖਪਾਤ ਦੇ ਨਾਲ ਵੈਰੀਫਾਈ ਕਰਨਾ ਹੁੰਦਾ ਹੈ। ਇਸ ਸਵਾਲ ਦਾ ਸਹੀ ਜਵਾਬ ਹੋਏਗਾ ਬੇਸਡ ਔਨ ਫੈਕਟ ਐਂਡ ਥਿਊਰੀਜ਼ ਦੈਟ ਆਰ ਟੈਸਟੇਬਲ ਐਂਡ ਵੈਰੀਫਾਈਬੇਬਲ। ਯਾਨੀ ਕਿ ਉਹਨਾਂ ਤੱਥਾਂ ਅਤੇ ਸਿਧਾਂਤਾਂ ਤੇ ਆਧਾਰਿਤ ਹੈ ਜਿਹੜੇ ਟੈਸਟ ਕਰਨ ਦੇ ਯੋਗ ਅਤੇ ਪ੍ਰਮਾਣਿਤ ਹਨ। 145ਵੇਂ ਪ੍ਰਸ਼ਨ ਦਾ ਸਹੀ ਜਵਾਬ ਹੈ ਜੀ ਏ। ਅਗਲਾ ਪ੍ਰਸ਼ਨ ਹੈ ਜੀ 146ਵਾਂ ਪ੍ਰਸ਼ਨ ਹੈ ਜੀ ਸਾਇੰਸ ਐਜ ਏ ਪ੍ਰੋਸੈਸ। ਸਾਇੰਸ ਐਜ ਏ ਪ੍ਰੋਸੈਸ। ਵਿਗਿਆਨ ਇੱਕ ਪ੍ਰਕਿਰਿਆ ਹੈ। ਵਿਗਿਆਨ ਕਿਹੜੀ ਪ੍ਰਕਿਰਿਆ ਹੈ ਜੀ? ਉਹ ਉਸ ਤਰੀਕੇ ਨੂੰ ਕਵਰ ਕਰਦਾ ਹੈ ਜਿਸ ਦੇ ਦੁਆਰਾ ਸੰਬੰਧ ਸਥਾਪਿਤ ਕੀਤੇ ਜਾਂਦੇ ਹਨ। ਵਿਗਿਆਨ ਉਹ ਤਰੀਕਾ ਨਹੀਂ ਹੈ ਜਿਹਦੇ ਨਾਲ ਸੰਬੰਧ ਸਥਾਪਿਤ ਕੀਤੇ ਜਾਂਦੇ ਹਨ। ਇਹ ਆਪਸ਼ਨ ਗਲਤ ਹੈ। ਉਸ ਤਰੀਕੇ ਨੂੰ ਕਵਰ ਕਰਦਾ ਹੈ ਜਿਸ ਦੁਆਰਾ ਸੰਪਰਕ ਸਥਾਪਿਤ ਕੀਤੇ ਜਾਂਦੇ ਹਨ। ਇਹ ਵੀ ਗਲਤ ਹੈ। ਉਸ ਤਰੀਕੇ ਨੂੰ ਕਵਰ ਕਰਦਾ ਹੈ ਜਿਸ ਦੁਆਰਾ ਤੱਤ ਸਥਾਪਿਤ ਕੀਤੇ ਜਾਂਦੇ ਹਨ। ਉਸ ਤਰੀਕੇ ਨੂੰ ਕਵਰ ਕਰਦਾ ਹੈ ਜਿਸ ਦੁਆਰਾ ਭਾਵਨਾਵਾਂ ਸਥਾਪਿਤ ਕੀਤੀਆਂ ਜਾਂਦੀਆਂ ਹਨ। ਸਾਇੰਸ ਐਜ ਏ ਪ੍ਰੋਸੈਸ ਦੇ ਵਿੱਚ ਨਾ ਤਾਂ ਕੋਈ ਰਿਲੇਸ਼ਨ ਐਸਟੈਬਲਿਸ਼ ਕਰਨ ਦੀ ਗੱਲ ਹੈ, ਨਾ ਕੰਟੈਕਟ ਐਸਟੈਬਲਿਸ਼ ਕਰਨ ਦੀ ਗੱਲ ਹੈ, ਨਾ ਇਮੋਸ਼ਨ ਐਸਟੈਬਲਿਸ਼ ਕਰਨ ਦੀ ਗੱਲ ਹੈ। ਇਹੀ ਹੈ ਕਿ ਜਿਹੜੀ ਸਾਇੰਸ ਹੈ ਉਹ ਤੱਥ ਸਥਾਪਿਤ ਕਰਦਾ ਹੈ, ਉਹ ਫੈਕਟਸ ਨੂੰ ਐਸਟੈਬਲਿਸ਼ ਕਰਦਾ ਹੈ। ਕਵਰ ਦਾ ਮੈਥਡ ਬਾਈ ਵਿਚ ਫੈਕਟਸ ਆਰ ਐਸਟੈਬਲਿਸ਼ਡ। 146ਵੇਂ ਪ੍ਰਸ਼ਨ ਦਾ ਸਹੀ ਜਵਾਬ ਹੋਏਗਾ ਸੀ। ਅਗਲਾ ਪ੍ਰਸ਼ਨ ਹੈ ਜੀ ਇੱਕ ਉਦੇਸ਼ ਇੱਕ ਅਨੁਮਾਨਿਤ ਅੰਤ ਹੁੰਦਾ ਹੈ ਜੋ ਕਿਸੇ ਗਤੀਵਿਧੀ ਨੂੰ ਦਿਸ਼ਾ ਦਿੰਦਾ ਹੈ ਅਤੇ ਵਿਵਹਾਰ ਨੂੰ ਪ੍ਰੇਰਿਤ ਕਰਦਾ ਹੈ। An aim is a foreseen and that give direction to an activity and motivate behavior. Who said this? ਇਹ ਜਿਹੜੇ ਵਾਕ ਹੈ ਇਹ ਕਹੇ ਸਨ ਜੌਨ ਡੈਵੀ ਨੇ। ਇਹ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਮਨੁੱਖੀ ਸਭਿਅਤਾ ਦੇ ਵਿਕਾਸ ਦੇ ਨਾਲ ਬਾਇਓਸਫੀਅਰ, ਜਿਹਨੂੰ ਆਪਾਂ ਜੀਵ ਖੇਤਰ ਵੀ ਕਹਿੰਦੇ ਆ, ਮਨੁੱਖੀ ਪ੍ਰਧਾਨ ਵਾਤਾਵਰਨ ਵਿੱਚ ਤਬਦੀਲ ਹੋ ਗਿਆ। ਇਸ ਨੂੰ ਕੀ ਕਹਿੰਦੇ? ਜਿਹੜੀ ਮਨੁੱਖ ਦੀ ਡੋਮੀਨੈਂਸ ਹੈ ਇਹ ਜਦੋਂ ਬਾਇਓਸਫੀਅਰ ਦੇ ਉੱਪਰ ਹੋ ਗਈ ਤਾਂ ਹੁਣ ਇਸ ਨੂੰ ਕਹਿੰਦੇ ਨੇ, ਇਸ ਟਰਮ ਨੂੰ ਕਹਿੰਦੇ ਨੇ ਜਿੱਥੇ ਵਿੱਚ ਮਨੁੱਖੀ ਪ੍ਰਧਾਨ ਵਾਤਾਵਰਨ ਦੇ ਵਿੱਚ ਤਬਦੀਲ ਹੋ ਗਿਆ,
ਇਹਨੂੰ ਕਹਿੰਦੇ ਨੇ ਨੂਸਫੀਅਰ। ਨੂਸਫੀਅਰ NOOSPHERE। 148ਵੇਂ ਪ੍ਰਸ਼ਨ ਦਾ ਸਹੀ ਜਵਾਬ ਹੈ ਜੀ ਨੂਸਫੀਅਰ। ਅਗਲਾ ਪ੍ਰਸ਼ਨ ਹੈ, ਕੁਦਰਤ ਦੇ ਆਧਾਰ ਅਨੁਸਾਰ ਕਿਹੜਾ ਕੁਦਰਤੀ ਸਰੋਤ ਨਹੀਂ ਹੈ? ਆਪਸ਼ਨ ਹਨ, ਔਨ ਦਾ ਬੇਸਿਸ ਆਫ ਨੇਚਰ ਵਿਚ ਇਜ਼ ਨਾਟ ਏ ਨੈਚੁਰਲ ਰਿਸੋਰਸਸ ਜਾਂ ਵਿਚ ਇਜ਼ ਨਾਟ ਏ ਨੈਚੁਰਲ ਰਿਸੋਰਸ। ਆਪਸ਼ਨ ਹਨ, ਇਨਆਰਗੈਨਿਕ ਰਿਸੋਰਸ ਯਾਨੀ ਕਿ ਅਕਾਰਬਨਿਕ ਸਰੋਤ ਜਿਨ੍ਹਾਂ ਵਿੱਚ ਕਾਰਬਨ ਨਹੀਂ ਹੁੰਦੀ, ਮਿਸ਼ਰਤ ਸਰੋਤ, ਰਾਸ਼ਟਰੀ ਸਰੋਤ ਜਾਂ ਕਾਰਬਨਿਕ ਸਰੋਤ। ਜਿਹੜੇ ਇਨਆਰਗੈਨਿਕ ਸਰੋਤ ਨੇ ਜਿਨ੍ਹਾਂ ਦੇ ਵਿੱਚ ਵਿਦਆਊਟ ਕਾਰਬਨ ਮੈਟਰ ਆ ਜਾਂਦੇ ਨੇ, ਜਿਵੇਂ ਮੈਟਲਸ ਨੇ, ਆਇਰਨ ਹੋ ਗਿਆ, ਠੀਕ ਹੈ, ਇਹ ਵੀ ਆ ਜਾਂਦੀ ਇਹਦੇ ਵਿੱਚ, ਇਹ ਵੀ ਕੁਦਰਤੀ ਸਰੋਤ ਹੈ। ਤੇ ਜਿਹੜੇ ਆਰਗੈਨਿਕ ਨੇ ਜਿਨ੍ਹਾਂ 'ਚ ਕਾਰਬਨ ਹੁੰਦੀ ਹੈ ਤੇ ਕੁਦਰਤੀ ਸਰੋਤ ਹੈਗੇ ਹੀ ਨੇ। ਮਿਕਸਚਰ ਰਿਸੋਰਸ ਜਿਹੜੇ ਨੇ ਇਹਨਾਂ ਦੇ ਵਿੱਚ ਇਹ ਵੀ ਕੁਦਰਤੀ ਨੇ ਜਿਨ੍ਹਾਂ ਦੇ ਦੋਵਾਂ 'ਚ ਮਿਕਸ ਹੋ ਸਕਦਾ। ਅੱਗੇ ਆ ਗਿਆ ਜਿਹੜੇ ਨੈਸ਼ਨਲ ਰਿਸੋਰਸ ਨੇ। ਜਿਹੜੇ ਨੈਸ਼ਨਲ ਰਿਸੋਰਸ ਨੇ ਉਹ ਹੁੰਦੇ ਨੇ ਜਿਹੜੇ ਸਰਕਾਰ ਦੇ ਕੰਟਰੋਲ ਅਧੀਨ ਹੁੰਦੇ ਨੇ, ਇਹ ਕੁਦਰਤੀ ਨਹੀਂ ਵੀ ਹੋ ਸਕਦੇ, ਜਿਵੇਂ ਰੇਲਵੇ ਹੈ। ਇਹਦਾ ਸਹੀ ਜਵਾਬ ਹੋਏਗਾ ਨੈਸ਼ਨਲ ਰਿਸੋਰਸ। ਅਗਲਾ ਪ੍ਰਸ਼ਨ ਹੈ, ਵੁੱਡ ਇਜ਼ ਏ, ਲੱਕੜ ਕਿਹੜਾ ਹੈ? ਨਵਿਆਉਣਯੋਗ ਸਰੋਤ, ਰੀਨਿਊਏਬਲ ਜਾਂ ਗੈਰ ਨਵਿਆਉਣਯੋਗ ਸਰੋਤ ਜਾਂ ਜਲ ਸਰੋਤ ਜਾਂ ਰਾਸ਼ਟਰੀ ਸਰੋਤ। ਜਿਹੜੀ ਵੁੱਡ ਹੈ ਜਾਂ ਲੱਕੜ ਹੈ ਇਸ ਨੂੰ ਦੁਬਾਰਾ ਪੈਦਾ ਕੀਤਾ ਜਾ ਸਕਦਾ ਹੈ, ਇਹ ਇੱਕ ਨਵਿਆਉਣਯੋਗ ਸਰੋਤ ਹੈ। 150ਵੇਂ ਪ੍ਰਸ਼ਨ ਦਾ ਸਹੀ ਜਵਾਬ ਹੈ ਜੀ ਏ। ਇਸ ਦੇ ਨਾਲ ਹੀ ਜਿਹੜੇ ਸਾਇੰਸ ਦੇ ਕੁਐਸਚਨ ਨੇ ਉਹ ਆਪਾਂ ਸਾਰੇ ਸੋਲਵ ਕਰ ਲਏ। ਜੇਕਰ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਹੋ, ਮੈਂ ਉਹਨੂੰ ਜ਼ਰੂਰ ਕਲੈਰੀਫਾਈ ਕਰਾਂਗਾ। ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜੀ। ਜੇਕਰ ਤੁਹਾਨੂੰ ਇਸ ਵੀਡੀਓ ਦੀ PDF ਚਾਹੀਦੀ ਹੈ ਜਿਹਦੇ ਵਿੱਚ ਮੈਂ ਸਾਰੇ ਆਨਸਰ ਵੀ ਲਾਸਟ ਪੇਜ 'ਤੇ ਲਗਾ ਦੇਵਾਂਗਾ ਤਾਂ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਹੋ। PDF ਲਿਖੋਗੇ ਤਾਂ ਮੈਂ ਤੁਹਾਨੂੰ ਉਹਦੀ PDF ਦਾ ਲਿੰਕ ਭੇਜ ਦੇਵਾਂਗਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਚੈਨਲ ਦੇ ਉੱਤੇ ਬਹੁਤ ਸਾਰੀਆਂ ਹੋਰ ਵੀ ਵੀਡੀਓ ਨੇ ਜਿਹੜੀਆਂ ਪਹਿਲਾਂ ਮੈਂ ਹੱਲ ਕਰ ਚੁੱਕਿਆ, ਉਹ ਤੁਹਾਡੇ ਲਈ ਬਹੁਤ ਲਾਹੇਵੰਦ ਹੋਣਗੀਆਂ। ਉਮੀਦ ਹੈ ਤੁਸੀਂ ਵਧੀਆ ਤਿਆਰੀ ਕਰ ਰਹੇ ਹੋਗੇ ਅਤੇ ਇਸ ਵਾਰ ਵਧੀਆ ਨੰਬਰ ਲੈ ਕੇ ਪੰਜਾਬ ਟੈਟ ਨੂੰ ਕਲੀਅਰ ਕਰੋਗੇ। ਥੈਂਕਸ ਫਾਰ ਵਾਚਿੰਗ। ਆਲ ਦੀ ਬੈਸਟ।